ਆਪਾਂ ਅਕਸਰ ਹੀ ਆਪਣੇ ਆਲੇ ਦੁਆਲੇ ਅਨੇਕਾਂ ਹੀ ਅਣਹੋਣੀਆਂ ਘਟਨਾਵਾਂ ਬਾਰੇ ਸੁਣਦੇ ਰਹਿੰਦੇ ਹਾਂ, ਜਿਨ੍ਹਾਂ 'ਤੇ ਯਕੀਨ ਕਰਨਾ ਮੁਸ਼ਕਲ ਜਿਹਾ ਲੱਗਦਾ ਹੈ। ਪਰ ਜੇਕਰ ਉਹਨਾਂ ਚਮਤਕਾਰਾਂ ਉੱਤੇ ਖੁਦ ਵਿਗਿਆਨ ਹੀ ਮੋਹਰ ਲਗਾ ਦੇਵੇ ਤਾਂ ਆਪਣਾ ਉਸ ਨੂੰ ਅੱਖਾਂ ਬੰਦ ਕਰਕੇ ਮੰਨ ਲਵਾਂਗੇ। ਅਤੇ ਅਜਿਹਾ ਹੀ ਇੱਕ ਅਨੋਖਾ ਚਮਤਕਾਰ ਹਜ਼ੂਰ ਸਾਹਿਬ ਦੇ ਵਿੱਚ ਹੋਇਆ, ਜਿਸ ਨੇ ਨਾਸਾ ਦੇ ਵਿਗਿਆਨੀਆਂ ਨੂੰ ਵੀ ਜੈਕਾਰੇ ਲਗਾਉਣ ਲਈ ਮਜਬੂਰ ਕਰ ਦਿੱਤਾ। ਆਪਾਂ ਅਕਸਰ ਹੀ ਹਜ਼ੂਰ ਸਾਹਿਬ ਦੇ ਬਾਰੇ ਅਨੇਕਾਂ ਹੀ ਚਮਤਕਾਰ ਸੁਣੇ ਹੋਣਗੇ, ਜਿੱਥੇ ਬਹੁਤ ਵਾਰੀ ਗੁਰੂ ਸਾਹਿਬ ਦੇ ਦਰਸ਼ਨ ਦੇਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਸੱਚਖੰਡ ਸਾਹਿਬ ਦੇ ਨਾਲ ਜੁੜੇ ਅਨੇਕਾਂ ਹੀ ਕਿੱਸੇ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਨੇ। ਗੁਰੂ ਸਾਹਿਬ ਲਈ ਰੱਖੀ ਗਈ ਦਾਤਣ ਅਤੇ ਪਾਣੀ ਸਵੇਰੇ ਦੇਖਣ 'ਤੇ ਵਰਤੇ ਹੋਏ ਮਿਲਦੇ ਨੇ, ਅਤੇ ਕਦੀ ਲੰਗਰ ਸਾਹਿਬ ਦੇ ਵਿੱਚ ਅਜਿਹੇ ਟਰੱਕ ਅਨਾਜ ਦੇ ਭਰੇ ਮਿਲ ਜਾਂਦੇ ਨੇ, ਜਿਨ੍ਹਾਂ ਟਰੱਕਾਂ ਨੂੰ ਕਿਸੇ ਕੰਪਨੀ ਨੇ ਤਿਆਰ ਤੱਕ ਨਹੀਂ ਕੀਤਾ ਹੁੰਦਾ। ਇਸੇ ਤਰ੍ਹਾਂ ਨਾਸਾ ਦੇ ਵਿੱਚ ਕੰਮ ਕਰਨ ਵਾਲੇ ਦੋ ਵਿਗਿਆਨੀਆਂ ਅਜਿਹੀਆਂ ਖਬਰਾਂ 'ਤੇ ਨਜ਼ਰ ਰੱਖੀ ਬੈਠੇ ਸੀ। ਉਹਨਾਂ ਦੋਨਾਂ ਵਿਗਿਆਨੀਆਂ ਨੇ ਇੱਕ ਭਾਰਤੀ ਵਿਗਿਆਨੀ ਨੂੰ ਨਾਲ ਲੈ ਕੇ ਹਜ਼ੂਰ ਸਾਹਿਬ ਜਾ ਕੇ ਇਹਨਾਂ ਗੱਲਾਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਦੁਨੀਆ ਤੇ ਬ੍ਰਹਿਮੰਡ ਦੇ ਚਮਤਕਾਰਾਂ ਬਾਰੇ ਪਤਾ ਕਰਨ ਵਾਸਤੇ ਉਹ ਵਿਗਿਆਨੀ, ਜਿਨ੍ਹਾਂ ਦਾ ਨਾਮ ਮਾਰਕਵੇਜ਼ ਅਤੇ ਕੋਲਰੇਡ ਤੇ ਤੀਸਰਾ ਭਾਰਤੀ ਵਿਗਿਆਨੀ ਰਾਮ ਅਈਅਰ ਦੇ ਨਾਲ ਹਜ਼ੂਰ ਸਾਹਿਬ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਹਜ਼ੂਰ ਸਾਹਿਬ ਸੱਚਖੰਡ ਦੇ ਦੁਆਲੇ ਬਣੀਆਂ ਸਰਾਵਾਂ ਵਿੱਚ ਕਮਰਾ ਲਿਆ ਅਤੇ 2-3 ਦਿਨ ਇੱਥੇ ਰੁਕ ਕੇ ਹਜ਼ੂਰ ਸਾਹਿਬ ਦੇ ਹਰ ਇੱਕ ਇਲਾਕੇ ਨੂੰ ਦੇਖਿਆ ਤੇ ਉਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇੱਥੋਂ ਤੱਕ ਕਿ ਉਹ ਅੰਮ੍ਰਿਤ ਵੇਲੇ ਗਾਗਰ ਦੀ ਸੇਵਾ ਵਿੱਚ ਵੀ ਸ਼ਾਮਿਲ ਹੋਏ ਤੇ ਉਸ ਅੱਖਾਂ ਤੋਂ ਹੀਣੇ ਕੁੱਕਰ ਬਾਰੇ ਵੀ ਸਭ ਕੁਝ ਦੇਖਿਆ। ਪਰ ਉਹਨਾਂ ਨੂੰ ਕਾਫੀ ਦਿਨਾਂ ਦੀ ਖੋਜ ਤੋਂ ਬਾਅਦ ਕੁਝ ਨਹੀਂ ਮਿਲਿਆ ਜੋ ਉਹ ਚਾਹ ਰਹੇ ਸੀ। ਅਜਿਹਾ ਕੁਝ ਉਹਨਾਂ ਦੇ ਸਾਹਮਣੇ ਨਹੀਂ ਆਇਆ, ਸੋ ਉਹਨਾਂ ਵਿਗਿਆਨੀਆਂ ਨੇ 2 ਦਿਨਾਂ ਬਾਅਦ ਵਾਪਸ ਚਲੇ ਜਾਣਾ ਸੀ। ਸੋ ਇੱਕ ਦਿਨ ਘੁੰਮਦੇ ਘੁੰਮਦੇ ਉਹਨਾਂ ਵਿਗਿਆਨੀਆਂ ਦੇ ਵਿੱਚੋਂ ਇੱਕ ਵਿਗਿਆਨੀ, ਜਿਸ ਦਾ ਨਾਮ ਮਾਰਕਵੇਜ਼ ਸੀ, ਅਚਾਨਕ ਕਿਤੇ ਗਾਇਬ ਹੋ ਗਿਆ। ਕੁਝ ਕੁ ਸਮਾਂ ਤਾਂ ਉਸ ਦੇ ਸਾਥੀਆਂ ਨੂੰ ਨੋਰਮਲ ਜਿਹਾ ਲੱਗਿਆ ਕਿ ਕਿਤੇ ਬਾਜ਼ਾਰ ਚਲਿਆ ਗਿਆ ਹੋਵੇਗਾ, ਪਰ ਕਾਫੀ ਸਮਾਂ ਹੋਣ ਤੋਂ ਬਾਅਦ ਵੀ ਜਦੋਂ ਉਹ ਵਾਪਸ ਨਾ ਆਇਆ ਤੇ ਨਾ ਹੀ ਉਸ ਦਾ ਫੋਨ ਲੱਗਿਆ ਤਾਂ ਉਸ ਦੇ ਸਾਥੀਆਂ ਨੂੰ ਪਰੇਸ਼ਾਨੀ ਹੋਣ ਲੱਗੀ। ਹੁਣ ਮਾਰਕ ਨੂੰ ਗਾਇਬ ਹੋਇਆਂ 12 ਘੰਟੇ ਤੋਂ ਉੱਪਰ ਹੋ ਚੁੱਕਿਆ ਸੀ ਤੇ ਬਾਅਦ ਵਿੱਚ ਉਹਨਾਂ ਨੇ ਗੁਰਦੁਆਰਾ ਕਮੇਟੀ ਨੂੰ ਇਨਫੋਰਮ ਕੀਤਾ ਕਿ ਸਾਡਾ ਇੱਕ ਸਾਥੀ ਗਾਇਬ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ। ਪਰ ਪੂਰੀ ਰਾਤ ਮਾਰਕਵੇਜ਼ ਕਿਤੇ ਨਾ ਮਿਲਿਆ। ਇਸੇ ਤਰ੍ਹਾਂ ਅਗਲੇ ਦਿਨ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਅਤੇ ਅਗਲੇ ਦਿਨ ਵੀ ਮਾਰਕਸ ਨੂੰ ਖੋਜਿਆ ਗਿਆ, ਪਰ 2 ਦਿਨਾਂ ਤੱਕ ਮਾਰਕ ਕਿਤੇ ਵੀ ਨਾ ਮਿਲਿਆ। ਤੇ ਤੀਸਰੇ ਦਿਨ ਸਵੇਰੇ ਕਿਸੇ ਨੇ ਖਬਰ ਦਿੱਤੀ ਕਿ ਮਾਰਕ ਲੰਗਰ ਸਾਹਿਬ ਦੇ ਅੱਗੇ ਨਦੀ ਦੇ ਨਾਲ ਲੱਗਦੇ ਜੰਗਲ ਦੇ ਵਿੱਚ ਬੈਠਾ ਹੋਇਆ ਹੈ। ਜਦੋਂ ਉਹ ਜੰਗਲ ਵਾਲੀ ਜਗ੍ਹਾ 'ਤੇ ਪਹੁੰਚੇ ਤਾਂ ਦੇਖਿਆ ਮਾਰਕ ਉੱਥੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਆਰਾਮ ਦੇ ਨਾਲ ਬੈਠਾ ਹੋਇਆ ਸੀ। ਜਦੋਂ ਉਸ ਦੇ ਸਾਥੀ ਨੇ ਉਸ ਨੂੰ ਜਾ ਕੇ ਹਿਲਾਇਆ ਤਾਂ ਇੱਕਦਮ ਡਰ ਕੇ ਉੱਠਿਆ। ਉਸ ਦਾ ਸਾਥੀ ਉਸ ਨੂੰ ਗੁੱਸੇ ਵਿੱਚ ਕਹਿਣ ਲੱਗਿਆ ਕਿ ਤੂੰ ਬਿਨਾਂ ਦੱਸੇ ਕਿੱਥੇ ਚਲਾ ਗਿਆ ਸੀ, ਆਪਾਂ ਸਾਰੇ ਪਰੇਸ਼ਾਨ ਹੋ ਰਹੇ ਸੀ। ਪਰ ਮਾਰਕ ਇਸ ਤਰ੍ਹਾਂ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮਾਰਕ ਨੇ ਕਿਹਾ, ਮੈਂ ਕਿੱਥੇ ਗਿਆ ਸੀ? ਹੁਣੇ ਅੱਧਾ ਘੰਟਾ ਪਹਿਲਾਂ ਹੀ ਤਾਂ ਮੈਂ ਤੁਹਾਡੇ ਕੋਲੋਂ ਹੋ ਕੇ ਗਿਆ ਹਾਂ। ਉਸਦੇ ਸਾਥੀ ਨੇ ਕਿਹਾ ਕਿ ਮਾਰਕ, ਤੂੰ ਪਿਛਲੇ 2 ਦਿਨਾਂ ਤੋਂ ਗਾਇਬ ਹੈ ਤੇ ਤੇਰੀ ਭਾਲ ਚੱਲ ਰਹੀ ਹੈ। ਉਸਦੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਿਆ ਕਿ ਇੰਜ ਕਿਵੇਂ ਹੋ ਸਕਦਾ ਹੈ? ਪਿਛਲੇ 2 ਦਿਨਾਂ ਤੋਂ ਮੈਂ ਇਸ ਜੰਗਲ ਵਿੱਚ ਕਿਵੇਂ ਬੈਠਾ ਹਾਂ? ਇਹ ਕਿਵੇਂ ਹੋ ਸਕਦਾ ਹੈ? ਰਾਮ ਅਈਅਰ ਨੇ ਪੁੱਛਿਆ ਕਿ ਤੁਸੀਂ ਇਸ ਜੰਗਲ ਵਿੱਚ ਕਿਵੇਂ ਪਹੁੰਚੇ? ਤਾਂ ਮਾਰਕ ਨੇ ਦੱਸਿਆ ਕਿ ਮੈਂ ਬਾਜ਼ਾਰ ਵਿੱਚ ਕੁਝ ਖਰੀਦਣ ਵਾਸਤੇ ਆਇਆ ਸੀ ਤੇ ਇੱਕ ਆਦਮੀ ਦੇ ਕੋਲੋਂ ਇੱਥੇ ਦੇ ਕੌਤਕ ਬਾਰੇ ਪੁੱਛ-ਗਿੱਛ ਕਰਨ ਲੱਗ ਪਿਆ ਤਾਂ ਉਸ ਆਦਮੀ ਨੇ ਮੈਨੂੰ ਇੱਕ ਕਮਰੇ ਦੇ ਵੱਲ ਨੂੰ ਇਸ਼ਾਰਾ ਕਰਕੇ ਭੇਜ ਦਿੱਤਾ। ਜਦੋਂ ਮੈਂ ਉਹ ਕਮਰੇ ਦੇ ਵਿੱਚ ਗਿਆ ਤਾਂ ਕਮਰਾ ਖੋਲ੍ਹਦੇ ਸਾਰ ਹੀ ਇੱਕ ਰੋਸ਼ਨੀ ਨੇ ਮੈਨੂੰ ਅੰਨਾ ਜਿਹਾ ਕਰ ਦਿੱਤਾ। ਜਦੋਂ ਮੈਂ ਉਸ ਕਮਰੇ ਦੇ ਅੰਦਰ ਵੜਿਆ ਤਾਂ ਸਾਰੇ ਪਾਸੇ ਸੋਨਾ ਹੀ ਸੋਨਾ ਸੀ। ਹੌਲੀ-ਹੌਲੀ ਜਿਵੇਂ ਮੈਂ ਉਸ ਕਮਰੇ ਦੀ ਗਹਿਰਾਈ ਵਿੱਚ ਜਾਂਦਾ ਰਿਹਾ ਤਾਂ ਫਿਰ ਅੱਗੇ ਜਾ ਕੇ ਮੈਨੂੰ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਿਲਿਆ। ਮਾਰਕ ਨੇ ਕਿਹਾ ਕਿ ਜਿੰਨਾ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਸ ਤੋਂ ਵੀ ਵੱਡਾ ਪ੍ਰਕਾਸ਼ ਉੱਥੇ ਕੀਤਾ ਗਿਆ ਹੈ ਤੇ ਬਹੁਤ ਸਾਰੇ ਲੋਕ ਅੱਖਾਂ ਬੰਦ ਕਰੀ ਉਸ ਸਾਹਮਣੇ ਬੈਠੇ ਹੋਏ ਸੀ। ਅਜਿਹਾ ਕੁਝ ਦੇਖ ਕੇ ਮੈਂ ਬਹੁਤ ਹੈਰਾਨ ਹੋ ਗਿਆ। ਬਾਅਦ ਵਿੱਚ ਮੈਨੂੰ ਉੱਥੇ ਮਨ ਨੂੰ ਸਕੂਨ ਦੇਣ ਵਾਲੀ ਧੁਨ ਸੁਣਾਈ ਦਿੱਤੀ। ਉਹ ਧੁਨ ਮਨ ਨੂੰ ਇੰਨੀ ਸਕੂਨ ਦੇਣ ਵਾਲੀ ਸੀ ਕਿ ਮੈਂ ਉੱਥੇ ਹੀ ਜਗ੍ਹਾ ਦੇਖ ਕੇ ਬੈਠ ਗਿਆ ਤੇ ਉਸ ਧੁਨ ਦੇ ਵਿੱਚ ਲੀਨ ਹੋ ਗਿਆ। ਮੈਂ ਉਸ ਧੁਨ ਦੇ ਵਿੱਚ ਲੀਨ ਹੋਇਆ ਹੀ ਸੀ ਕਿ ਤੁਸੀਂ ਮੈਨੂੰ ਆਣ ਕੇ ਉਠਾ ਦਿੱਤਾ। ਮਾਰਕ ਦੀਆਂ ਗੱਲਾਂ ਉੱਥੇ ਬੈਠੇ ਹਰ ਇੱਕ ਇਨਸਾਨ ਨੂੰ ਹੈਰਾਨ ਕਰ ਰਹੀਆਂ ਸੀ। ਰਾਮ ਅਈਅਰ ਕਹਿਣ ਲੱਗਿਆ ਕਿ ਤੂੰ ਪੱਕਾ ਇੱਥੇ ਬੇਹੋਸ਼ ਹੋ ਕੇ ਡਿੱਗ ਗਿਆ ਸੀ, ਜਿਸ ਤੋਂ ਬਾਅਦ ਤੈਨੂੰ ਅਜਿਹਾ ਸੁਪਨਾ ਆਇਆ ਹੋਵੇਗਾ।
ਮਾਰਕ ਨੇ ਝੱਟ ਹੀ ਕਿਹਾ ਕਿ ਰਾਮ ਅਈਅਰ, ਤੇਰੀ ਮਾਂ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੈਠੀ ਹੋਈ ਸੀ। ਰਾਮ ਅਈਅਰ ਨੇ ਕਿਹਾ ਕਿ ਮੇਰੀ ਮਾਂ ਸਿੱਖ ਧਰਮ ਦੇ ਨਾਲ ਕੋਈ ਵੀ ਸੰਬੰਧ ਨਹੀਂ ਰੱਖਦੀ ਅਤੇ ਨਾਲ ਹੀ ਉਹ ਤਾਂ ਇਸ ਸਮੇਂ ਅਮਰੀਕਾ ਦੇ ਵਿੱਚ ਬੈਠੀ ਹੈ। ਗੱਲ ਖ਼ਤਮ ਕਰਕੇ ਉਹ ਵਾਪਸ ਆਪਣੇ ਕਮਰੇ ਦੇ ਵਿੱਚ ਆ ਗਏ। 2 ਘੰਟੇ ਬਾਅਦ ਰਾਮ ਅਈਅਰ ਨੂੰ ਫੋਨ ਆਇਆ ਅਤੇ ਉਸ ਨੂੰ ਖਬਰ ਮਿਲੀ ਕਿ ਪਿਛਲੀ ਰਾਤ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ ਅਤੇ ਇਸ ਖਬਰ ਨੇ ਤਿੰਨਾਂ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ। ਹੁਣ ਤੱਕ ਉਹ ਤਿੰਨੇ ਵਿਗਿਆਨੀ ਬਹੁਤ ਕੁਝ ਸਮਝ ਚੁੱਕੇ ਸੀ। ਅਗਲੇ ਹੀ ਦਿਨ ਉਹ ਉੱਥੋਂ ਵਾਪਸ ਆ ਗਏ ਅਤੇ ਅਖੀਰ ਹਜ਼ੂਰ ਸਾਹਿਬ ਦੇ ਚਮਤਕਾਰਾਂ ਨੂੰ ਨਾ ਚਾਹੁੰਦੇ ਹੋਏ ਵੀ ਮੰਨਣਾ ਪਿਆ। ਹੁਣ ਉਹਨਾਂ ਤਿੰਨਾਂ ਵਿਗਿਆਨੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਰਕ ਟਵੇਨ ਦਾ ਕਹਿਣਾ ਹੈ ਕਿ ਮੈਂ ਹਾਲੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ 30 ਅੰਗਾਂ ਦਾ ਅਭਿਆਸ ਕੀਤਾ ਹੈ ਅਤੇ ਮੈਂ ਇਸ ਨਤੀਜੇ ਨੂੰ ਪਹੁੰਚਿਆ ਹਾਂ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਵਾਹਿਗੁਰੂ ਨਾਮ ਦੀ ਧੁਨ ਹੀ ਹੈ। ਉਹੀ ਸੱਚ ਹੈ ਅਤੇ ਉਹੀ ਚਮਤਕਾਰ ਹੈ ਅਤੇ ਉਸ ਦੇ ਵਿੱਚ ਹੀ ਸਾਰੀ ਸੱਚਾਈ ਛੁਪੀ ਹੋਈ ਹੈ। ਉਸ ਦਿਨ ਜੋ ਹਜ਼ੂਰ ਸਾਹਿਬ ਦੇ ਵਿੱਚ ਹੋਇਆ ਉਹ ਕੋਈ ਸੁਪਨਾ ਨਹੀਂ ਸੀ ਅਤੇ ਨਾ ਹੀ ਕੋਈ ਚਮਤਕਾਰ, ਸਗੋਂ ਪਰਮਾਤਮਾ ਨੇ ਮੈਨੂੰ ਮੇਰੇ ਅੰਦਰ ਦਿਖਾਇਆ ਸੀ, ਜੋ ਕਿ ਅੰਦਰ ਹੀ ਧੁਨ ਸਾਨੂੰ ਪਰਮਾਤਮਾ ਨਾਲ ਮਿਲਾਉਂਦੀ ਹੈ। ਪਰਮਾਤਮਾ ਅਤੇ ਚਮਤਕਾਰ ਕਿਤੇ ਬਾਹਰ ਨਹੀਂ, ਸਗੋਂ ਸਾਡੇ ਅੰਦਰ ਹੀ ਹੈ। ਗੁਰੂ ਸਾਹਿਬ ਨੇ ਸਾਨੂੰ ਉਸ ਦਿਨ ਉਹੀ ਦਿਖਾਇਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।